Religion Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਗੁਆਰਰੀ ਮਹਿਲਾ ਪਹਿਲਾ। ਨਾ ਮਨ ਮਰੈ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਹੋਏ, ਮਨ ਮਾਨੈ ਗੁਰ ਤੇ ਇੱਕ ਹੋਏ। ਸ਼੍ਰੀ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਜਦ ਤੱਕ ਸਾਡਾ ਮਨ ਵਿਕਾਰਾਂ ਵੱਲੋਂ ਨਹੀਂ ਮਰਦਾ, ਤਦ ਤੱਕ ਸਾਡਾ ਮਨੁੱਖੇ ਜੀਵਨ ਦਾ ਮਨੋਰਥ ਪੂਰਾ ਨਹੀਂ ਹੁੰਦਾ। ਨਾ ਮਨ ਮਰੈ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਦੋਏ। ਜਿਹੜਾ ਮਨ ਹੈ ਵਿਕਾਰ ਆਦਿਕ ਦੂਤਾਂ ਦੇ ਵੱਸ ਪਿਆ ਹੋਇਆ ਹੈ, ਇਹਦੇ ਨਾਲ ਸਾਡੀ ਮੱਤ ਵੀ ਦੁਰ ਹੋ ਜਾਂਦੀ ਹੈ, ਮੱਤ ਵੀ ਪਲੀਤ ਹੋ ਜਾਂਦੀ ਹੈ। ਅਸੀਂ ਦੋਏ ਭਾਵ ਦਵੈਤ ਮੇਰ ਤੇਰ ਦੇ ਚੱਕਰਾਂ ਦੇ ਵਿੱਚ ਪਏ ਰਹਿੰਦੇ ਹਾਂ। ਇਸ ਸਾਰੇ ਕਾਸੇ ਤੋਂ ਜਦੋਂ ਜੇਕਰ ਅਸੀਂ ਮਨ ਨੂੰ ਬਚਾਉਣਾ ਹੈ ਤਾਂ ਗੁਰੂ ਦੇ ਲੜ ਲੱਗਣਾ ਪੈਂਦਾ ਹੈ। ਮਨ ਮਾਨੈ ਗੁਰ ਤੇ। ਗੁਰੂ ਦੀ ਸਿੱਖਿਆ 'ਤੇ ਚੱਲ ਕੇ ਅਸੀਂ ਆਪਣੇ ਮਨ ਨੂੰ ਮਨਾਉਣ ਦੇ ਵਿੱਚ ਸਫਲ ਹੋ ਜਾਂਦੇ ਹਾਂ। ਮਨ ਨੂੰ ਇਹਨਾਂ ਵਿਕਾਰਾਂ ਵਾਲੇ ਪਾਸਿਓਂ ਮੋੜਨ ਦੇ ਵਿੱਚ ਸਫਲ ਹੋ ਜਾਂਦੇ ਹਾਂ। ਅਤੇ ਫਿਰ ਕੀ ਹੁੰਦਾ ਹੈ? ਇੱਕ ਹੋਈ। ਫਿਰ ਅਸੀਂ ਉਸ ਪ੍ਰਮਾਤਮਾ ਦੇ ਨਾਲ ਇੱਕਮਿੱਕ ਹੋ ਜਾਂਦੇ ਹਾਂ। ਨਿਰਗੁਣ ਰਾਮ ਗੁਣੈ ਵਸ ਹੋਏ, ਆਪ ਨਿਵਾਰ ਵਿਚਾਰੈ ਸੋਏ ਰਹਾਉ। ਉਹ ਪ੍ਰਮਾਤਮਾ ਜਿਹੜਾ ਮਾਇਆ ਦੇ 3 ਗੁਣਾਂ ਤੋਂ ਪਰੇ ਹੈ ਤੇ ਉੱਚੇ ਆਤਮਿਕ ਗੁਣਾਂ ਦੇ ਵਸ ਵਿੱਚ ਹੈ। ਇਸ ਪੰਕਤੀ ਦੇ ਵਿੱਚ ਉਸ ਪ੍ਰਮਾਤਮਾ ਦੀ ਸਿਫਤ ਕੀਤੀ ਗਈ ਹੈ ਕਿ ਉਹ ਪ੍ਰਮਾਤਮਾ ਮਾਇਆ ਦੇ ਗੁਣਾਂ ਤੋਂ ਪਰੇ ਹੈ ਤੇ ਉੱਚੇ ਆਤਮਿਕ ਗੁਣਾਂ ਦਾ ਮਾਲਕ ਹੈ। ਉਸ ਪ੍ਰਮਾਤਮਾ ਨੂੰ ਅਸੀਂ ਤਾਂ ਹੀ ਵਿਚਾਰ ਸਕਦੇ ਹਾਂ, ਉਹਦੀ ਸਿਫਤ ਸਲਾਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਆਪਾ ਨਿਵਾਰੀਏ, ਆਪਾ ਭਾਵ ਖਤਮ ਕਰੀਏ। ਆਪ ਨਿਵਾਰ ਵਿਚਾਰੈ ਸੋਏ। ਮਨ ਭੂਲੋ ਬਹੁ ਚਿਤੈ ਵਿਕਾਰ। ਜਦ ਤੱਕ ਸਾਡਾ ਮਨ ਭੁੱਲਿਆ ਰਹਿੰਦਾ ਹੈ, ਭਟਕਿਆ ਰਹਿੰਦਾ ਹੈ, ਸਹੀ ਰਾਹ 'ਤੇ ਨਹੀਂ ਚੱਲਦਾ, ਉਦੋਂ ਤੱਕ ਸਾਡੇ ਚਿੱਤ ਦੇ ਵਿੱਚ ਵਿਕਾਰ ਉਪਜਦੇ ਰਹਿੰਦੇ ਨੇ। ਅਸੀਂ ਹਰ ਵਕਤ ਵਿਕਾਰਾਂ ਨੂੰ ਹੀ ਚਿਤਵਦੇ ਰਹਿੰਦੇ ਹਾਂ। ਵਿਕਾਰੀ ਸੋਚ ਹੀ ਸਾਡੇ ਮਨ ਦੇ ਉੱਤੇ ਹਾਵੀ ਰਹਿੰਦੀ ਹੈ। ਮਨ ਭੂਲੋ ਸਿਰ ਆਵੈ ਭਾਰ। ਤੇ ਹੌਲੀ ਹੌਲੀ ਇਹਨਾਂ ਵਿਕਾਰਾਂ ਦਾ ਸਾਡੇ ਸਿਰ 'ਤੇ, ਸਾਡੀ ਮੱਤ 'ਤੇ ਬਹੁਤ ਵੱਡਾ ਭਾਰ ਹੋ ਜਾਂਦਾ ਹੈ। ਮਨ ਮਾਨੈ ਹਰ ਏਕ ਓਂਕਾਰ। ਜਦੋਂ ਅਸੀਂ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਲੱਗ ਜਾਂਦੇ ਹਾਂ, ਉਸ ਇੱਕ ਓਂਕਾਰ ਦੇ ਨਾਲ ਆਪਣੀ ਲਿਵ ਜੋੜਨ ਦੀ ਕੋਸ਼ਿਸ਼ ਕਰਨ ਲੱਗਦੇ ਹਾਂ, ਤਾਂ ਸਾਡਾ ਮਨ ਇਹਨਾਂ ਵਿਕਾਰਾਂ ਵੱਲੋਂ ਮੰਨਣਾ ਸ਼ੁਰੂ ਹੋ ਜਾਂਦਾ ਹੈ। ਪੂਰੀ ਕਿਰਿਆ ਹੈ। ਉਸ ਪ੍ਰਮਾਤਮਾ ਦੀ ਮਿਹਰ ਸਾਡੇ 'ਤੇ ਹੁੰਦੀ ਹੈ, ਸਾਨੂੰ ਗੁਰੂ ਲੱਭ ਪੈਂਦਾ ਹੈ। ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਕੇ ਅਸੀਂ ਆਪਣੇ ਅੰਦਰੋਂ ਆਪਣੀ ਮੈਂ ਨੂੰ ਖਤਮ ਕਰਦੇ ਹਾਂ। ਆਪਣੀ ਜ਼ਿੰਦਗੀ ਦੇ ਛੋਟੇ ਵੱਡੇ ਵਰਤਾਰਿਆਂ ਦੇ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਅਸੀਂ ਉਸ ਪ੍ਰਮਾਤਮਾ ਨੂੰ ਕ੍ਰੈਡਿਟ ਦੇਣਾ ਸ਼ੁਰੂ ਕਰ ਦਿੰਦੇ ਹਾਂ। ਅਜਿਹਾ ਕਰਦੇ ਕਰਦੇ ਹੌਲੀ ਹੌਲੀ ਸਾਡੀ ਲਿਵ ਉਸ ਪ੍ਰਮਾਤਮਾ ਦੇ ਨਾਲ ਜੁੜਦੀ ਜਾਂਦੀ ਹੈ ਤੇ ਇੱਕ ਦਿਨ ਅਸੀਂ ਉਸ ਪ੍ਰਮਾਤਮਾ ਦੇ ਨਾਲ ਇੱਕਮਿੱਕ ਹੋ ਜਾਂਦੇ ਹਾਂ ਤੇ ਵਿਕਾਰਾਂ ਦਾ ਇਹ ਭਾਰ ਸਾਡੇ ਮਨ ਤੋਂ ਲੱਥ ਜਾਂਦਾ ਹੈ। ਸਾਡਾ ਭੁੱਲਿਆ ਹੋਇਆ ਮਨ ਸਹੀ ਰਸਤੇ 'ਤੇ ਚੱਲਣ ਦੇ ਲਈ ਮੰਨ ਜਾਂਦਾ ਹੈ। ਮਨ ਭੂਲੋ ਮਾਇਆ ਘਰ ਜਾਏ। ਨਹੀਂ ਤਾਂ ਜਿੰਨਾ ਚਿਰ ਸਾਡਾ ਮਨ ਭੁੱਲਿਆ ਹੋਇਆ ਹੈ, ਭਟਕਿਆ ਹੋਇਆ ਹੈ, ਉਨਾ ਚਿਰ ਮੁੜ ਮੁੜ ਮਾਇਆ ਵੱਲ ਨੂੰ ਹੀ ਜਾਂਦਾ ਹੈ। ਕਾਮ ਵਿਰੁੱਧੋ ਰਹਿ ਨਾ ਠਾਏ। ਕਾਮ ਦੇ ਵਿੱਚ ਗਲਤਾਨ ਰਹਿੰਦਾ ਹੈ, ਕਾਮ ਦੇ ਵਿੱਚ ਰੁੱਝਿਆ ਰਹਿੰਦਾ ਹੈ ਤੇ ਟਿਕਾਣਾ ਨਹੀਂ ਲੱਭਦਾ। ਜਦ ਤੱਕ ਕਾਮ ਤੁਹਾਡੇ ਮਨ ਦੇ ਉੱਪਰ ਹਾਵੀ ਹੈ, ਤੁਹਾਡੇ ਮਨ ਨੂੰ ਟੇਕ ਕਿਵੇਂ ਆ ਸਕਦੀ ਹੈ? ਰਹਿ ਨਾ ਠਾਏ, ਠਾਂ ਨਹੀਂ ਲੱਭਦੀ। ਹਰ ਭਜ ਪ੍ਰਾਣੀ ਰਸਨ ਰਸਾਈ। ਜੇਕਰ ਇਹਨਾਂ ਵਿਕਾਰਾਂ ਤੋਂ ਬਚਣਾ ਹੈ ਤਾਂ ਹੇ ਪ੍ਰਾਣੀ, ਉਸ ਪ੍ਰਮਾਤਮਾ ਦਾ ਭਜਨ ਕਰ।
ਆਪਣੀ ਰਸਨਾ ਦੇ ਨਾਲ, ਆਪਣੀ ਜੀਵ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ। ਗੈਵਰ ਹੈਵਰ ਕੰਚਨ ਸੁੱਤ ਨਾਰੀ, ਵਧੀਆ ਹਾਥੀ ਘੋੜੇ, ਸੋਨਾ ਪੁੱਤਰ ਇਸਤਰੀ, ਇਹਨਾਂ ਸਾਰਿਆਂ ਦੇ ਮੋਹ ਵਿੱਚ ਪੈ ਕੇ ਬਹੁ ਚਿੰਤਾ ਪਿੜ ਚਾਲੈ ਹਾਰੀ। ਜਦੋਂ ਤੱਕ ਮਨੁੱਖ ਇਹਨਾਂ ਸਭ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ, ਸੰਸਾਰ ਰੂਪੀ ਪਿੜ ਦੇ ਵਿੱਚ ਆਪਣੇ ਜੀਵਨ ਮਨੋਰਥ ਦੀ ਕੁਸ਼ਤੀ ਦੀ ਬਾਜ਼ੀ ਉਹ ਹਾਰ ਰਿਹਾ ਹੈ। ਜੂਆ ਖੇਲਣ ਕਾਚੀ ਸਾਰੀ, ਉਹਦੀ ਇਹ ਜੀਵਨ ਦੀ ਖੇਡ ਜੂਏ ਦੀ ਖੇਡ ਵਰਗੀ ਹੋ ਜਾਂਦੀ ਹੈ ਤੇ ਵਿਕਾਰਾਂ ਦੀਆਂ ਚੋਟਾਂ ਆਪਣੇ ਮਨ ਤੇ ਉਹ ਖਾਂਦਾ ਰਹਿੰਦਾ ਹੈ। ਸੰਪੋ ਸੰਚੀ ਭਏ ਵਿਕਾਰ, ਜਿੰਨਾ ਜ਼ਿਆਦਾ ਧਨ ਇਕੱਠਾ ਕਰਦਾ ਰਹਿੰਦਾ ਹੈ ਮਨੁੱਖ, ਜਿੰਨੀ ਜ਼ਿਆਦਾ ਸੰਪੱਤੀ ਇਕੱਠੀ ਕਰਦਾ ਜਾਂਦਾ ਹੈ, ਉਨੇ ਹੀ ਜ਼ਿਆਦਾ ਉਹਦੇ ਅੰਦਰ ਵਿਕਾਰ ਆਉਂਦੇ ਜਾਂਦੇ ਹਨ। ਹਰਖ ਸੋਕ ਉਬੇ ਦਰਬਾਰ, ਉਬੇ ਤੋਂ ਭਾਵ ਖਲੋਤੇ ਹੋਣਾ। ਇਹ ਇੱਕ ਬੜੀ ਮਹੱਤਵਪੂਰਨ ਪੰਕਤੀ ਹੈ। ਗੁਰੂ ਜੀ ਕਹਿੰਦੇ ਕਿ ਖੁਸ਼ੀ ਤੇ ਗਮੀ ਹਮੇਸ਼ਾ ਸਾਡੇ ਦਰਵਾਜ਼ੇ ਤੇ ਖੜੀਆਂ ਰਹਿੰਦੀਆਂ ਨੇ। ਜਦ ਤੱਕ ਅਸੀਂ ਉਸ ਪਰਮਾਤਮਾ ਦੇ ਨਾਲ ਲਿਵ ਨਹੀਂ ਜੋੜੀ ਹੁੰਦੀ, ਉਦੋਂ ਤੱਕ, ਜਦੋਂ ਤੱਕ ਅਸੀਂ ਮਨ ਮੱਤ ਤੇ ਚੱਲਦੇ ਹਾਂ, ਜਦ ਤੱਕ ਅਸੀਂ ਮਨਮੁਖ ਹਾਂ, ਉਦੋਂ ਤੱਕ ਖੁਸ਼ੀ ਤੇ ਗਮੀ ਹਮੇਸ਼ਾ ਸਾਡੇ ਦਰਵਾਜ਼ੇ ਤੇ ਖੜੀਆਂ ਹੀ ਰਹਿੰਦੀਆਂ ਨੇ। ਦਰਵਾਜ਼ਾ ਖਟਖਟਾਉਂਦੀਆਂ ਰਹਿੰਦੀਆਂ ਨੇ। ਕਦੇ ਖੁਸ਼ੀ ਅੰਦਰ ਆ ਗਈ, ਕਦੇ ਗਮੀ ਅੰਦਰ ਆ ਗਈ। ਸਾਡਾ ਮਨ ਇੱਕ ਵਰਾਂਡੇ ਵਰਗਾ ਹੋ ਜਾਂਦਾ ਹੈ ਜਿਹਦੇ ਦੋਨੇ ਪਾਸਿਓਂ ਦਰਬਾਰ ਖੁੱਲ੍ਹੇ ਨੇ। ਦੋਨੇ ਪਾਸਿਓਂ ਦਰਬਾਰ ਖੁੱਲ੍ਹੇ ਹੋਣ ਦਾ ਮਤਲਬ ਹੈ ਕਿ ਭਾਵੇਂ ਖੁਸ਼ੀ ਅੰਦਰ ਆਵੇ, ਭਾਵੇਂ ਗਮੀ ਅੰਦਰ ਆਵੇ, ਜ਼ਿਆਦਾ ਦੇਰ ਟਿਕਦੀ ਤਾਂ ਦੋਨਾਂ ਵਿੱਚੋਂ ਕੋਈ ਵੀ ਨਹੀਂ। ਸ਼ਾਇਦ ਖੁਸ਼ੀ ਥੋੜ੍ਹੀ ਜ਼ਿਆਦਾ ਤੇਜ਼ੀ ਨਾਲ ਗੁਜ਼ਰ ਜਾਂਦੀ ਹੈ, ਗਮੀ ਥੋੜ੍ਹਾ ਲੰਬਾ ਸਮਾਂ ਟਿਕ ਜਾਂਦੀ ਹੈ। ਸੋ ਇੱਕ ਦਰਵਾਜ਼ੇ ਤੋਂ ਉਹ ਸਾਡੇ ਬਰਾਂਡੇ ਦੇ ਵਿੱਚ, ਸਾਡੇ ਮਨ ਰੂਪੀ ਬਰਾਂਡੇ ਦੇ ਵਿੱਚ ਦਾਖਲ ਹੁੰਦੀਆਂ ਨੇ ਤੇ ਦੂਜੇ ਦਰਵਾਜ਼ੇ ਥਾਣੀ ਨਿਕਲ ਜਾਂਦੀਆਂ ਨੇ, ਵਾਪਸ ਫਿਰ ਪਹਿਲੇ ਦਰਵਾਜ਼ੇ ਤੇ ਆ ਕੇ ਖੜੀਆਂ ਹੋ ਜਾਂਦੀਆਂ ਨੇ। ਇਹ ਖੁਸ਼ੀ ਤੇ ਗਮੀ ਮਨਮੁਖ ਦੇ ਮਨ ਦੇ ਦਰਵਾਜ਼ੇ ਤੇ ਹਮੇਸ਼ਾ ਹੀ ਖੜੀਆਂ ਹੁੰਦੀਆਂ ਨੇ ਤੇ ਤੁਸੀਂ ਦਰਵਾਜ਼ਾ ਬੰਦ ਵੀ ਨਹੀਂ ਕਰ ਸਕਦੇ। ਜਿਸ ਪ੍ਰਕਾਰ ਪਿਛਲੇ ਅੰਗ ਦੀ ਬਾਣੀ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਸਾਡੇ ਮਨ ਦੇ ਵਿੱਚ ਜੋ ਖਿਆਲ ਆਉਂਦੇ ਨੇ, ਉਹਨਾਂ ਨੂੰ ਆਉਣ ਤੋਂ ਅਸੀਂ ਰੋਕ ਨਹੀਂ ਸਕਦੇ। ਸਾਡੇ ਮਨ ਦੇ ਦਰਵਾਜ਼ੇ ਨੂੰ ਅਸੀਂ ਬੰਦ ਨਹੀਂ ਕਰ ਸਕਦੇ। ਤਾਂ ਉਸੇ ਪ੍ਰਕਾਰ ਹੀ ਕਿਉਂਕਿ ਸਾਡਾ ਦਰਵਾਜ਼ਾ ਸਦਾ ਖੁੱਲ੍ਹਾ ਰਹਿੰਦਾ ਹੈ, ਤਾਂ ਕਦੇ ਖੁਸ਼ੀ ਕਦੇ ਗਮੀ ਇਹਦੇ ਅੰਦਰ ਆਉਂਦੀਆਂ ਰਹਿੰਦੀਆਂ ਨੇ। ਬਾਹਰੀ ਸਥਿਤੀਆਂ ਤੇ ਨਿਰਭਰ ਕਰਦਾ ਹੈ। ਕਈ ਵਾਰ ਬਾਹਰੀ ਸਥਿਤੀਆਂ ਖੁਸ਼ੀ ਨੂੰ ਧੱਕਾ ਮਾਰ ਕੇ ਸਾਡੇ ਮਨ ਦੇ ਅੰਦਰ ਧੱਕ ਦਿੰਦੀਆਂ ਨੇ ਤੇ ਕਈ ਵਾਰ ਗਮੀ ਨੂੰ ਧੱਕ ਦਿੰਦੀਆਂ ਨੇ। ਇਸ ਤੋਂ ਬਚਣ ਦਾ ਉਪਾਅ ਕੀ ਹੈ? ਤਾਂ ਗੁਰੂ ਜੀ ਕਹਿੰਦੇ ਸੁਖ ਸਹਿਜੇ ਜਪ ਹਿਰਦੈ ਮੁਰਾਰ, ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਜਪੋ। ਹੁਣ ਉਹ ਖੁਸ਼ੀ ਤੇ ਗਮੀ ਜਿਹੜੀਆਂ ਤੁਹਾਡੇ ਮਨ ਦੇ ਅੰਦਰ ਦਾਖਲ ਹੁੰਦੀਆਂ ਨੇ, ਉਹ ਤੁਹਾਨੂੰ ਉਦੋਂ ਤੱਕ ਹੀ ਖੁਸ਼ ਜਾਂ ਦੁਖੀ ਕਰਨਗੀਆਂ ਜਦੋਂ ਤੱਕ ਤੁਸੀਂ ਉਹਨਾਂ ਦੇ ਬਾਰੇ 'ਚ ਸੋਚੋਗੇ, ਜਦੋਂ ਤੱਕ ਤੁਸੀਂ ਉਹਨਾਂ ਦੀ ਖਿਦਮਤ ਕਰੋਗੇ। ਮੰਨ ਲਓ ਕਿ ਉਹ ਇੱਕ ਮਹਿਮਾਨ ਨੇ, ਉਹ ਮਹਿਮਾਨ ਦੀ ਤਰ੍ਹਾਂ ਨੇ। ਉਹ ਤੁਹਾਡੇ ਮਨ ਰੂਪੀ ਘਰ ਦੇ ਵਿੱਚ ਦਾਖਲ ਹੋਏ, ਤੁਸੀਂ ਉਹਨਾਂ ਦੀ ਖਿਦਮਤ ਕੀਤੀ, ਭਾਵ ਕਿ ਤੁਸੀਂ ਉਹਨਾਂ ਦੇ ਬਾਰੇ 'ਚ ਬਕਾਇਦਾ ਚੇਤਨਤਾ ਦੇ ਨਾਲ ਸੋਚਿਆ ਕਿ ਹਾਂ ਮੈਂ ਖੁਸ਼ ਹਾਂ ਜਾਂ ਹਾਂ ਮੈਂ ਦੁਖੀ ਹਾਂ। ਉਹਨਾਂ ਦਾ ਸੇਵਾ ਪਾਣੀ ਕੀਤਾ ਤੇ ਫਿਰ ਉਹ ਚੱਲਦੀਆਂ ਬਣੀਆਂ ਤੇ ਅੱਗੇ ਫਿਰ ਜਿਹੜੀਆਂ ਦਰਵਾਜ਼ੇ ਤੇ ਖੜੀਆਂ ਸਨ ਉਹਨਾਂ ਦੀ ਵਾਰੀ ਆ ਗਈ। ਜਦੋਂ ਤੁਸੀਂ ਉਹਨਾਂ ਨੂੰ ਇਗਨੋਰ ਹੀ ਕਰਦੇ ਹੋ, ਤੁਸੀਂ ਦੇਖੋ ਹੀ ਨਾ ਕਿ ਆਇਆ ਕੌਣ ਹੈ ਅੰਦਰ। ਤੁਸੀਂ ਇਹ ਸੋਚ ਲਵੋ ਕਿ ਇੱਧਰੋਂ ਆਇਆ ਹੈ, ਉੱਧਰ ਚਲਾ ਜਾਣਾ ਹੈ, ਠੀਕ ਹੈ, ਜਦ ਤੱਕ ਇਹਨੇ ਇੱਥੇ ਬਸਣਾ ਹੈ ਬਸਾ ਰਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਤੁਹਾਡੇ ਘਰ ਦੇ ਅੰਦਰ ਜੋ ਪ੍ਰਮਾਤਮਾ ਹੈ, ਤੁਸੀਂ ਉਹਦੇ ਨਾਲ ਹੀ ਗੱਲਾਂ ਦੇ ਵਿੱਚ ਰੁੱਝੇ ਹੋਏ। ਇਹ ਖੁਸ਼ੀ ਤੇ ਗਮੀ ਰੂਪੀ ਮਹਿਮਾਨ ਬੇਸ਼ੱਕ ਆਈ ਜਾਣ, ਪ੍ਰਮਾਤਮਾ ਤੁਹਾਡਾ ਪਰਿਵਾਰਕ ਮੈਂਬਰ ਹੈ। ਇਹ ਸਮਝ ਲਵੋ ਕਿ ਤੁਸੀਂ ਆਪਣੇ ਉਸ ਪਰਿਵਾਰਕ ਮੈਂਬਰ ਦੇ ਨਾਲ ਗੱਲਾਂ ਦੇ ਵਿੱਚ ਰੁੱਝੇ ਹੋਏ ਹੋ। ਖੁਸ਼ੀ ਗਮੀ ਰੂਪੀ ਮਹਿਮਾਨ ਤੁਹਾਡੇ ਘਰ 'ਚ ਆਉਂਦੇ ਨੇ ਜਾਂਦੇ ਨੇ, ਆਉਂਦੇ ਨੇ ਜਾਂਦੇ ਨੇ, ਤੁਸੀਂ ਉਹਨਾਂ ਨੂੰ ਨੋਟਿਸ ਵੀ ਨਹੀਂ ਕਰਦੇ। ਉਸ ਅਵਸਥਾ ਨੂੰ ਸਹਿਜ ਅਵਸਥਾ, ਆਤਮਿਕ ਅਡੋਲਤਾ ਵਾਲੀ ਅਵਸਥਾ ਕਿਹਾ ਜਾਂਦਾ ਹੈ। ਜਦੋਂ ਅਸੀਂ ਆਪਣੇ ਹਿਰਦੇ ਘਰ ਦੇ ਵਿੱਚ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਾਂ, ਉਹਦਾ ਨਾਮ ਜਪਦੇ ਰਹਿੰਦੇ ਹਾਂ, ਤਾਂ ਅਸੀਂ ਉਸ ਸਹਿਜ ਅਵਸਥਾ ਨੂੰ ਹਾਸਲ ਕਰ ਲੈਂਦੇ ਹਾਂ ਤੇ ਫਿਰ ਅਸੀਂ ਸਦਾ ਆਨੰਦ ਦੇ ਵਿੱਚ ਰਹਿੰਦੇ ਹਾਂ। ਨਦਰ ਕਰੇ ਤਾਂ ਮੇਲ ਮਿਲਾਏ,
ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ, ਗੁਰਮੁਖ ਨਾਮ ਪਦਾਰਥ ਪਾਏ। ਉਸ ਪਰਮਾਤਮਾ ਦੇ ਨਾਲ ਲਿਵ ਜੁੜਨੀ ਹੈ ਕਿ ਨਹੀਂ, ਗੁਰੂ ਦੇ ਨਾਲ ਮਿਲਾਪ ਹੋਣਾ ਹੈ ਕਿ ਨਹੀਂ। ਅਸਲ ਦੇ ਵਿੱਚ ਇਹ ਚੀਜ਼ਾਂ, ਇਹ ਵਰਤਾਰੇ ਮਨੁੱਖ ਦੇ ਆਪਣੇ ਹੱਥ ਦੇ ਵਿੱਚ ਨਹੀਂ ਹਨ। ਜਿਸ ਮਨੁੱਖ ਤੇ ਉਹ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹਨੂੰ ਉਹ ਗੁਰੂ ਦੇ ਨਾਲ ਮਿਲਾ ਦਿੰਦਾ ਹੈ। ਤੇ ਜਦੋਂ ਗੁਰੂ ਦੇ ਨਾਲ ਮਿਲਾਪ ਹੋ ਗਿਆ, ਉਦੋਂ ਬਾਅਦ ਦੀ ਕਹਾਣੀ, ਉਦੋਂ ਬਾਅਦ ਦਾ ਵਰਤਾਰਾ ਆਪਣੇ ਆਪ ਹੀ ਵਰਤ ਜਾਣਾ ਹੈ। ਜਦੋਂ ਤੁਸੀਂ ਗੁਰੂ ਨੂੰ ਮਿਲ ਲਏ, ਗੁਰੂ ਤੋਂ ਪ੍ਰਭਾਵਿਤ ਹੋ ਗਏ, ਗੁਰੂ ਦੇ ਨਾਲ ਆਪਣਾ ਪਿਆਰ ਪਾ ਲਿਆ, ਤਾਂ ਤੁਹਾਡਾ ਪਰਮਾਤਮਾ ਦੇ ਨਾਲ ਮਿਲਣਾ, ਉਹਦੇ ਨਾਲ ਇੱਕਮਿਕ ਹੋਣਾ ਸੁਭਾਵਿਕ ਹੋ ਜਾਏਗਾ। ਕਿਉਂਕਿ ਤੁਸੀਂ ਗੁਰੂ ਦੇ ਲੜ ਲੱਗ ਕੇ ਆਪਣੀ ਹਉਮੈ ਨੂੰ ਮਾਰਨਾ ਸ਼ੁਰੂ ਕਰੋਗੇ। ਹੌਲੀ ਹੌਲੀ ਪਰਮਾਤਮਾ ਦਾ ਆਪਣੇ ਅੰਦਰ ਵਸੇਵਾ ਬਣਾਉਣ ਦੀ ਕੋਸ਼ਿਸ਼ ਕਰੋਗੇ ਤੇ ਇਸ ਸਾਰੀ ਪ੍ਰਕਿਰਿਆ ਦੇ ਦੌਰਾਨ ਤੁਹਾਡਾ ਉਸ ਪਰਮਾਤਮਾ ਦੇ ਨਾਲ ਪਿਆਰ ਵੱਧਦਾ ਜਾਏਗਾ ਤੇ ਇੱਕ ਦਿਨ ਤੁਸੀਂ ਉਹਦੇ ਨਾਲ ਇੱਕਮਿਕ ਹੋ ਜਾਓਗੇ। ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੁਸੀਂ ਆਪਣੇ ਅੰਦਰੋਂ ਔਗਣਾਂ ਨੂੰ ਜਲਾ ਦਿਓਗੇ ਤੇ ਉੱਚੇ ਆਤਮਿਕ ਗੁਣਾਂ ਦਾ ਸੰਗ੍ਰਹਿ ਕਰ ਲਵੋਗੇ, ਉੱਚੇ ਆਤਮਿਕ ਗੁਣਾਂ ਦਾ ਇਕੱਠ ਆਪਣੇ ਅੰਦਰ ਕਰ ਲਵੋਗੇ। ਗੁਰਮੁਖ ਨਾਮ ਪਦਾਰਥ ਪਾਏ, ਪਰਮਾਤਮਾ ਦਾ ਨਾਮ ਰੂਪੀ ਪਦਾਰਥ ਗੁਰਮੁਖ ਮਨੁੱਖ ਹੀ ਹਾਸਲ ਕਰਦੇ ਹਨ, ਜਿਹੜੇ ਗੁਰੂ ਦੇ ਲੜ ਲੱਗਦੇ ਹਨ, ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ। ਬਿਨ ਨਾਵੈ ਸਭ ਦੁਖ ਨਿਵਾਸ, ਜਦ ਤੱਕ ਤੁਹਾਡੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਨਹੀਂ ਵਸਿਆ ਹੋਇਆ, ਉਦੋਂ ਤੱਕ ਤੁਹਾਡੇ ਹਿਰਦੇ ਵਿੱਚ ਹਰ ਪ੍ਰਕਾਰ ਦੇ ਦੁੱਖ ਕਲੇਸ਼ ਵਸੇ ਰਹਿੰਦੇ ਹਨ। ਦੁੱਖ ਕਲੇਸ਼ ਆਪਣਾ ਨਿਵਾਸ ਕਰੀ ਰੱਖਦੇ ਹਨ। ਤੁਹਾਡਾ ਹਿਰਦਾ ਖਾਲੀ ਨਹੀਂ ਰਹਿ ਸਕਦਾ। ਜਾਂ ਤੇ ਤੁਸੀਂ ਉੱਥੇ ਪਰਮਾਤਮਾ ਨੂੰ ਵਸਾ ਲਵੋ ਤੇ ਜਾਂ ਫਿਰ ਦੁਨੀਆ ਭਰ ਦੇ ਦੁੱਖ ਕਲੇਸ਼ ਉੱਥੇ ਆਪਣੇ ਆਪ ਹੀ ਵਸੇ ਰਹਿਣਗੇ। ਮਨਮੁਖ ਮੂੜ ਮਾਇਆ ਚਿਤਵਾਸ, ਮੂਰਖ ਮਨਮੁਖ ਮਨੁੱਖ ਜੋ ਹੈ, ਉਹਦੇ ਚਿੱਤ ਦੇ ਵਿੱਚ ਸਦਾ ਹੀ ਮਾਇਆ ਵਸਦੀ ਰਹਿੰਦੀ ਹੈ। ਉਹ ਹਮੇਸ਼ਾ ਮਾਇਆ ਬਾਰੇ ਹੀ ਸੋਚਦਾ ਰਹਿੰਦਾ ਹੈ। ਗੁਰਮੁਖ ਗਿਆਨ ਧੁਰ ਕਰਮ ਲਿਖਿਆਸ, ਤੇ ਗੁਰਮੁਖ ਦੇ ਮਨ ਦੇ ਵਿੱਚ ਹਮੇਸ਼ਾ ਗਿਆਨ ਦੀ ਗੱਲ ਹੁੰਦੀ ਹੈ। ਉਹ ਗੁਰੂ ਪਾਸੋਂ ਗਿਆਨ ਹਾਸਲ ਕਰਕੇ ਉਸ ਪਰਮਾਤਮਾ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਲੇਕਿਨ ਇਹ ਅਚੀਵਮੈਂਟ ਉਸ ਪਰਮਾਤਮਾ ਵੱਲੋਂ ਲਿਖੇ ਹੋਏ ਕਰਮਾਂ ਦੇ ਆਧਾਰ ਤੇ ਹੀ ਹੁੰਦੀ ਹੈ। ਧੁਰ ਕਰਮ ਲਿਖਿਆਸ, ਜਿਹਦੇ ਮੱਥੇ ਉੱਤੇ ਧੁਰੋਂ ਹੀ ਉਸ ਪਰਮਾਤਮਾ ਨੇ ਇਹ ਲੇਖ ਲਿਖਿਆ ਹੈ ਕਿ ਉਹਦਾ ਗੁਰੂ ਨਾਲ ਮਿਲਾਪ ਹੋਵੇਗਾ, ਉਸੇ ਦਾ ਹੀ ਗੁਰੂ ਨਾਲ ਮਿਲਾਪ ਹੋ ਪਾਉਂਦਾ ਹੈ। ਮਨ ਚੰਚਲ ਧਾਵਤ ਫੁਨ ਧਾਵੈ, ਇਹ ਮਨ ਬੜਾ ਚੰਚਲ ਹੈ, ਮਾਇਆ ਦੇ ਪਿੱਛੇ ਮੁੜ ਮੁੜ ਭੱਜਦਾ ਹੈ, ਵਿਕਾਰਾਂ ਵੱਲ ਨੂੰ ਮੁੜ ਮੁੜ ਜਾਂਦਾ ਹੈ। ਪਰ ਸਾਚੇ ਸੂਚੇ ਮੈਲ ਨਾ ਭਾਵੈ, ਸੱਚੇ ਸੁੱਚੇ ਉਸ ਪਰਮਾਤਮਾ ਨੂੰ ਸਾਡੇ ਮਨ ਦੀ ਵਿਕਾਰਾਂ ਦੀ ਇਹ ਮੈਲ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ। ਨਾਨਕ ਗੁਰਮੁਖ ਹਰ ਗੁਣ ਗਾਵੈ, ਇਹ ਨਾਨਕ ਜੋ ਗੁਰਮੁਖ ਮਨੁੱਖ ਹੁੰਦਾ ਹੈ, ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਗੌੜੀ ਗੁਆਰਰੀ ਮਹਿਲਾ ਪਹਿਲਾ, ਹਉਮੈ ਕਰਤਿਆ ਨਹਿ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ। ਕਿ ਜਦ ਤੱਕ ਤੁਸੀਂ ਆਪਣੇ ਮਨ ਦੇ ਵਿੱਚ ਹਉਮੈ ਕਰਦੇ ਹੋ, ਹੰਕਾਰ ਕਰਦੇ ਹੋ, ਉਦੋਂ ਤੱਕ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਕਿਉਂਕਿ ਤੁਹਾਡੀ ਉਹ ਹਉਮੈ, ਤੁਹਾਡਾ ਉਹ ਹੰਕਾਰ, ਤੁਹਾਡੀ ਉਹ ਈਗੋ ਛੋਟੀ ਛੋਟੀ ਗੱਲ ਤੇ ਵੀ ਦੁਖੀ ਹੋਏਗੀ। ਈਗੋ ਹਰਟ ਹੋਣੀ, ਇਹ ਅਕਸਰ ਹੀ ਅਸੀਂ ਸੁਣਦੇ ਹਾਂ। ਭਾਵ ਕਿ ਸਾਡੀ ਹਉਮੈ ਨੂੰ ਦੁੱਖ ਪਹੁੰਚਣਾ। ਜਦ ਤੱਕ ਸਾਡੇ ਅੰਦਰ ਹਉਮੈ ਹੈ, ਉਦੋਂ ਤੱਕ ਉਹ ਛੋਟੀ ਛੋਟੀ ਗੱਲ ਤੇ ਵੀ ਦੁਖੀ ਹੁੰਦੀ ਰਹੇਗੀ ਤੇ ਅਸੀਂ ਸੁੱਖ ਪ੍ਰਾਪਤ ਨਹੀਂ ਕਰ ਪਾਵਾਂਗੇ। ਗੁਰੂ ਜੀ ਕਹਿੰਦੇ ਕਿ ਮਨ ਮਤ ਝੂਠੀ ਹੈ। ਆਪਣੇ ਮਨ ਦੀ ਅਗਵਾਈ ਦੇ ਵਿੱਚ ਚੱਲਣਾ, ਆਪਣੀ ਹਉਮੈ ਦੇ ਵਿੱਚ ਆ ਕੇ ਕਾਰਜ ਕਰਨੇ, ਗੱਲਾਂ ਕਰਨੀਆਂ, ਇਹ ਸਭ ਝੂਠ ਹੈ, ਅਸਥਾਈ ਹੈ। ਜਿਹੜੀਆਂ ਗੱਲਾਂ ਦਾ ਤੁਸੀਂ ਅੱਜ ਹੰਕਾਰ ਕਰਦੇ ਹੋ, ਕੱਲ੍ਹ ਨੂੰ ਹੋ ਸਕਦਾ ਹੈ ਤੁਹਾਡੇ ਕੋਲ ਉਹ ਨਾ ਹੋਣ। ਸੱਚਾ ਸੋਏ, ਸੱਚਾ ਤੇ ਸਿਰਫ ਇੱਕ ਉਹ ਪਰਮਾਤਮਾ ਹੀ ਹੈ। ਸਦਾ ਥਿਰ ਰਹਿਣ ਵਾਲਾ ਤਾਂ ਸਿਰਫ ਉਹ ਪਰਮਾਤਮਾ ਹੀ ਹੈ। ਸਗਲ ਬਿਗੂਤੇ ਭਾਵੈ ਦੋਏ, ਜਿਨ੍ਹਾਂ ਨੂੰ ਦਵੈਤ ਚੰਗੀ ਲੱਗਦੀ ਹੈ, ਮੇਲ ਤੇਰ ਚੰਗਾ ਲੱਗਦਾ ਹੈ, ਉਹ ਸਾਰੇ ਖੁਆਰ ਹੋਏ ਰਹਿੰਦੇ ਹਨ। ਬਿਗੁੱਤੇ ਤੋਂ ਭਾਵ ਖੁਆਰ ਹੋਣਾ। ਸੋ ਕਮਾਵੈ ਧੁਰ ਲਿਖਿਆ ਹੋਏ,
ਪਰ ਮਨੁੱਖ ਦੇ ਲੇਖਾਂ ਦੇ ਵਿੱਚ ਧੁਰ ਦਰਗਾਹੋਂ ਜੋ ਉਸ ਪ੍ਰਮਾਤਮਾ ਨੇ ਲਿਖਿਆ ਹੈ ਮਨੁੱਖ ਉਹੀ ਕਮਾਉਂਦਾ ਹੈ। ਜਿਹਦੇ ਲੇਖਾਂ 'ਚ ਉਹਨੇ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ, ਉਹਦੇ ਨਾਮ ਪਦਾਰਥ ਦੀ ਖਿੱਚ ਲਿਖ ਦਿੱਤੀ ਤਾਂ ਉਹ ਉਹਦਾ ਪ੍ਰੇਮ ਤੇ ਨਾਮ ਪਦਾਰਥ ਕਮਾ ਲੈਂਦਾ ਹੈ। ਜਿਹਦੇ ਲੇਖਾਂ ਦੇ ਵਿੱਚ ਉਸ ਪ੍ਰਮਾਤਮਾ ਨੇ ਦੁਨਿਆਵੀ ਪਦਾਰਥਾਂ ਦੀ ਖਿੱਚ ਲਿਖ ਦਿੱਤੀ ਤਾਂ ਉਹ ਦੁਨਿਆਵੀ ਧਨ ਦੌਲਤ ਕਮਾਉਂਦਾ ਹੈ। ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ ਰਹਾਉ। ਗੁਰੂ ਜੀ ਕਹਿੰਦੇ ਮੈਂ ਇਹ ਜਗਤ ਅਜਿਹਾ ਜੁਆਰੀ ਵੇਖਿਆ ਹੈ ਕਿ ਉਸ ਪ੍ਰਮਾਤਮਾ ਦੇ ਨਾਮ ਨੂੰ ਤਾਂ ਵਿਸਾਰੀ ਰੱਖਦਾ ਹੈ, ਉੱਦਾਂ ਸਾਰੇ ਸੁੱਖ ਮੰਗਦਾ ਰਹਿੰਦਾ ਹੈ। ਜੇਕਰ ਅਸੀਂ ਜੁਆਰੀਆਂ ਦੀ ਵਿਰਤੀ ਦੇਖੀਏ ਤਾਂ ਉਹਨਾਂ ਦੇ ਕੋਲ ਜੋ ਧਨ ਦੌਲਤ ਹੁੰਦੀ ਹੈ ਉਹਨੂੰ ਦਾਅ 'ਤੇ ਲਗਾ ਕੇ ਉਹ ਹੋਰ ਜ਼ਿਆਦਾ ਧਨ ਦੌਲਤ ਇਕੱਠੀ ਕਰਨੀ ਚਾਹੁੰਦੇ ਨੇ। ਜੋ ਕੋਲ ਹੈ ਉਹਨੂੰ ਦਾਅ 'ਤੇ ਲਾ ਕੇ ਜੋ ਕੋਲ ਨਹੀਂ ਹੈ ਉਹ ਹਾਸਲ ਕਰਨਾ ਚਾਹੁੰਦੇ ਨੇ। ਤੇ ਇਹ ਜਗਤ ਜੁਆਰੀਆਂ ਵਰਗਾ ਕਿਉਂ ਹੈ? ਕਿਉਂਕਿ ਪ੍ਰਮਾਤਮਾ ਸਾਡੇ ਅੰਦਰ ਵਸਦਾ ਹੈ, ਪ੍ਰਮਾਤਮਾ ਦਾ ਨਾਮ ਸਾਡੇ ਕੋਲ ਹੈ, ਉਹਨੂੰ ਵਿਸਾਰ ਦਿੰਦੇ ਹਾਂ, ਉਹਨੂੰ ਵਿਸਾਰੀ ਰੱਖਦੇ ਹਾਂ, ਭਾਵ ਉਹਨੂੰ ਦਾਅ 'ਤੇ ਲਾਈ ਰੱਖਦੇ ਹਾਂ ਤੇ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਅਸੀਂ ਸੁੱਖ ਲੱਭਦੇ ਰਹਿੰਦੇ ਹਾਂ। ਇਸੇ ਲਈ ਗੁਰੂ ਜੀ ਨੇ ਇਸ ਜਗਤ ਨੂੰ ਬਾਰ-ਬਾਰ ਜੁਆਰੀ ਕਿਹਾ ਹੈ। ਅਦਿਸ਼ਟ ਦਿਸੈ ਤਾਂ ਕਹਿਆ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ। ਇਹਨਾਂ ਦੋ ਪੰਕਤੀਆਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਗੁਰੂ ਜੀ ਨੇ ਆਖੀ ਹੈ ਤੇ ਉਹ ਇਸ ਜਗਤ ਦੀ ਤਰਾਸਦੀ ਹੈ। ਗੁਰੂ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਅਦ੍ਰਿਸ਼ਟ ਹੈ, ਉਹਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਤੇ ਸਾਡੀ ਤਰਾਸਦੀ ਇਹ ਹੈ ਕਿ ਜਿਹੜੀ ਚੀਜ਼ ਨੂੰ ਅਸੀਂ ਦੇਖ ਨਹੀਂ ਸਕਦੇ ਉਹਦੇ ਨਾਲ ਸਾਡਾ ਪਿਆਰ ਨਹੀਂ ਪੈਂਦਾ। ਦੁਨਿਆਵੀ ਵਸਤਾਂ, ਦੁਨਿਆਵੀ ਜੀਵ ਸਾਨੂੰ ਦਿਖਦੇ ਹਨ, ਉਹਨਾਂ ਨੂੰ ਅਸੀਂ ਸੁਣ ਸਕਦੇ ਹਾਂ, ਉਹਨਾਂ ਨੂੰ ਅਸੀਂ ਸਪਰਸ਼ ਕਰ ਸਕਦੇ ਹਾਂ, ਛੂਹ ਸਕਦੇ ਹਾਂ। ਇਹਨਾਂ ਗੱਲਾਂ ਕਰਕੇ ਉਹ ਸਾਨੂੰ ਚੰਗੇ ਲੱਗਦੇ ਨੇ, ਉਹ ਸਾਡੇ ਦਿਲ ਦੇ ਵਿੱਚ ਜੱਚ ਜਾਂਦੇ ਨੇ, ਸਾਡਾ ਉਹਨਾਂ ਦੇ ਨਾਲ ਮੋਹ ਪੈ ਜਾਂਦਾ ਹੈ। ਪਰ ਕਿਉਂਕਿ ਪ੍ਰਮਾਤਮਾ ਅਦ੍ਰਿਸ਼ਟ ਹੈ, ਨਾ ਤੇ ਉਹਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖ ਸਕਦੇ ਹਾਂ, ਨਾ ਹੀ ਉਹਨੂੰ ਆਪਣੇ ਕੰਨਾਂ ਦੇ ਨਾਲ ਸੁਣ ਸਕਦੇ ਹਾਂ, ਨਾ ਹੀ ਅਸੀਂ ਉਹਨੂੰ ਆਪਣੇ ਹੱਥਾਂ ਦੇ ਨਾਲ ਛੋਹ ਸਕਦੇ ਹਾਂ। ਇਸ ਕਰਕੇ ਅਸੀਂ ਇਸ ਗੱਲ ਤੋਂ ਮੁਨਕਰ ਹੀ ਹੋ ਜਾਂਦੇ ਹਾਂ ਕਿ ਉਹ ਹੈ ਹੀ ਨਹੀਂ, ਜਾਂ ਜੇਕਰ ਅਸੀਂ ਉੱਤੋਂ ਮੰਨਦੇ ਵੀ ਹਾਂ ਕਿ ਉਹ ਹੈ ਪਰ ਉਸ ਪੱਧਰ ਦਾ ਸਾਡਾ ਪ੍ਰੇਮ ਨਹੀਂ ਬਣਦਾ ਉਸ ਪ੍ਰਮਾਤਮਾ ਦੇ ਨਾਲ। ਕਿਉਂਕਿ ਦੁਨਿਆਵੀ ਵਸਤਾਂ ਦੇ ਵਿੱਚ ਅਸੀਂ ਗਿੱਜੇ ਹੋਏ ਹਾਂ, ਉਹਨਾਂ ਨੂੰ ਦੇਖਣ ਸੁਣਨ ਦੇ ਅਸੀਂ ਆਦੀ ਹਾਂ। ਪ੍ਰਮਾਤਮਾ ਨੂੰ ਅਸੀਂ ਦੇਖ ਸੁਣ ਨਹੀਂ ਸਕਦੇ ਤਾਂ ਅਸੀਂ ਉਹਦੇ ਨਾਲ ਪ੍ਰੇਮ ਨਹੀਂ ਪਾ ਸਕਦੇ। ਗੁਰੂ ਜੀ ਕਹਿੰਦੇ ਬਿਨ ਦੇਖੇ ਕਹਿਣਾ ਵਿਰਥਾ ਜਾਏ, ਕਿ ਬਿਨਾਂ ਦੇਖੇ ਜਦੋਂ ਅਸੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਵੀ ਹਾਂ ਤਾਂ ਉਹ ਵਿਅਰਥ ਜਾਂਦੀ ਹੈ, ਕਿਉਂਕਿ ਦਿਲੋਂ ਨਹੀਂ ਨਿਕਲਦੀ ਉਹ ਚੀਜ਼, ਦਿਲੋਂ ਸਾਡਾ ਪ੍ਰੇਮ ਨਹੀਂ ਬਣ ਪਾਉਂਦਾ ਉਸ ਪ੍ਰਮਾਤਮਾ ਨਾਲ। ਗੁਰਮੁਖ ਦੀਸੈ ਸਹਿਜ ਸੁਭਾਏ, ਪਰ ਜਦੋਂ ਅਸੀਂ ਗੁਰਮੁਖ ਬਣ ਜਾਂਦੇ ਹਾਂ, ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਾਂ, ਉਹਦੀ ਸਿਫਤ ਸਲਾਹ ਕਰਦੇ ਹਾਂ, ਗੁਰੂ ਦੀ ਸਿੱਖਿਆ ਨੂੰ ਸੁਣਦੇ ਹਾਂ, ਤਾਂ ਅਸੀਂ ਆਪਣੀ ਮਾਨਸਿਕ ਅੱਖ ਦੇ ਨਾਲ ਉਸ ਪ੍ਰਮਾਤਮਾ ਦੇ ਦਰਸ਼ਨ ਕਰ ਲੈਂਦੇ ਹਾਂ। ਉਸ ਪ੍ਰਮਾਤਮਾ ਨੂੰ ਦੇਖਣ ਦੀ ਸਾਨੂੰ ਸੋਝੀ ਮਿਲ ਜਾਂਦੀ ਹੈ, ਉਹਨੂੰ ਅਸੀਂ ਮਹਿਸੂਸ ਕਰ ਪਾਉਂਦੇ ਹਾਂ ਤੇ ਜਦੋਂ ਮਹਿਸੂਸ ਕਰ ਪਾਉਂਦੇ ਹਾਂ ਤਾਂ ਉਹਦੇ ਨਾਲ ਪ੍ਰੇਮ ਸਾਡਾ ਆਪਣੇ ਆਪ ਹੀ ਬਣ ਜਾਂਦਾ ਹੈ। ਉਹਦੇ ਪ੍ਰੇਮ ਦੀ ਬਦੌਲਤ ਅਸੀਂ ਸਹਿਜ ਅਵਸਥਾ ਦੇ ਵਿੱਚ, ਆਤਮਿਕ ਅਡੋਲਤਾ ਦੀ ਅਵਸਥਾ ਦੇ ਵਿੱਚ ਟਿਕ ਜਾਂਦੇ ਹਾਂ। ਸੇਵਾ ਸੁਰਤ ਏਕ ਲਿਵ ਲਾਏ, ਗੁਰੂ ਦੀ ਸੇਵਾ ਕੀਤਿਆਂ ਸਾਡੀ ਸੁਰਤ, ਸਾਡੀ ਲਿਵ ਉਸ ਇੱਕ ਪ੍ਰਮਾਤਮਾ ਦੇ ਨਾਲ ਲੱਗ ਜਾਂਦੀ ਹੈ। ਸੁਖ ਮੰਗਤ ਦੁੱਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ। ਜਦੋਂ ਮਨੁੱਖ ਉਸ ਪ੍ਰਮਾਤਮਾ ਤੋਂ ਸੁੱਖਾਂ ਦੀ ਦਾਤ ਮੰਗਦਾ ਹੈ ਤਾਂ ਸਗੋਂ ਹੋਰ ਜ਼ਿਆਦਾ ਦੁੱਖ ਹੀ ਪ੍ਰਾਪਤ ਕਰਦਾ ਹੈ, ਕਿਉਂਕਿ ਸੁੱਖਾਂ ਦੀ ਦਾਤ ਮੰਗ ਕੇ ਉਹ ਸਾਰੇ ਵਿਕਾਰਾਂ ਦੇ ਹਾਰ ਆਪਣੇ ਗਲ ਦੇ ਵਿੱਚ ਪਾ ਲੈਂਦਾ ਹੈ। ਸੁਣਨ ਨੂੰ ਸ਼ਾਇਦ ਇਹ ਗੱਲ ਥੋੜ੍ਹੀ ਅਜੀਬ ਲੱਗੇ, ਪਰ ਜੇ ਡੂੰਘਾਈ ਦੇ ਵਿੱਚ ਜਾ ਕੇ ਇਸ ਨੂੰ ਵਿਚਾਰੀਏ ਤਾਂ ਗੱਲ ਸਮਝ ਦੇ ਵਿੱਚ ਪੈ ਜਾਂਦੀ ਹੈ। ਅਸੀਂ ਸੁੱਖ ਕਿਸ ਪ੍ਰਕਾਰ ਦੇ ਮੰਗਦੇ ਹਾਂ? ਜਦੋਂ ਉਸ ਪ੍ਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਤਾਂ ਅਸੀਂ ਆਪਣੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ, ਅਸੀਂ ਦੁਨਿਆਵੀ ਪਦਾਰਥਾਂ ਦੀ ਮੰਗ ਉਸ ਪ੍ਰਮਾਤਮਾ ਤੋਂ ਕਰਦੇ ਹਾਂ, ਦੁਨਿਆਵੀ ਤਰੱਕੀਆਂ ਦੀ ਮੰਗ ਕਰਦੇ ਹਾਂ, ਦੁਨਿਆਵੀ ਸਫਲਤਾ ਦੀ ਮੰਗ ਕਰਦੇ ਹਾਂ। ਅਸੀਂ ਸੁੱਖਾਂ ਦੀ ਪਰਿਭਾਸ਼ਾ ਹੀ ਹੋਰ ਬਣਾ ਰੱਖੀ ਹੈ। ਜਦ ਅਸੀਂ ਦੁਨਿਆਵੀ ਸੁੱਖ ਮੰਗਦੇ ਹਾਂ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਉਹ ਸਾਰੇ ਪੂਰੇ ਹੋ ਜਾਣ।
ਜੇਕਰ ਤੁਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਪਏ ਹੋ ਕਿ ਮੈਨੂੰ ਸੋਹਣਾ ਘਰ ਮਿਲ ਜਾਵੇ ਤੇ ਉਹ ਘਰ ਤੁਹਾਨੂੰ ਨਾ ਮਿਲੇ ਤਾਂ ਦੁੱਖ ਹੋਏਗਾ ਕਿ ਨਹੀਂ? ਤੁਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਪਏ ਹੋ ਕਿ ਤੁਹਾਨੂੰ ਆਪਣੇ ਕਰੀਅਰ ਦੇ ਵਿੱਚ ਜਾਂ ਆਪਣੀ ਪੜ੍ਹਾਈ ਦੇ ਵਿੱਚ ਕੋਈ ਸਫਲਤਾ ਪ੍ਰਾਪਤ ਹੋ ਜਾਵੇ, ਤੁਸੀਂ ਮਿਹਨਤ ਵੀ ਕੀਤੀ ਹੈ ਪਰ ਫਿਰ ਵੀ ਜਦੋਂ ਨਤੀਜਾ ਨਹੀਂ ਮਿਲਦਾ ਤਾਂ ਤੁਸੀਂ ਦੁਖੀ ਹੋਵੋਗੇ ਕਿ ਨਹੀਂ? ਇਹੀ ਗੱਲ ਹੈ ਜੋ ਇਸ ਪੰਕਤੀ ਦੇ ਵਿੱਚ ਕਹੀ ਗਈ ਹੈ ਕਿ ਜਦ ਤੱਕ ਅਸੀਂ ਉਸ ਪਰਮਾਤਮਾ ਤੋਂ ਦੁਨਿਆਵੀ ਸੁੱਖਾਂ ਦੀ ਮੰਗ ਕਰਦੇ ਰਹਿੰਦੇ ਹਾਂ, ਅਸੀਂ ਬਦਲੇ ਦੇ ਵਿੱਚ ਜ਼ਿਆਦਾ ਦੁੱਖ ਹੀ ਪ੍ਰਾਪਤ ਕਰਦੇ ਹਾਂ। ਕਿਉਂਕਿ ਅਸੀਂ ਉਸ ਪਰਮਾਤਮਾ ਤੋਂ ਜਦ ਦੁਨਿਆਵੀ ਸੁੱਖ ਮੰਗਦੇ ਹਾਂ ਤਾਂ ਇੱਕ ਪ੍ਰਕਾਰ ਦਾ ਸਾਡਾ ਉਹਦੇ ਤੇ ਭਰੋਸਾ ਬਣ ਜਾਂਦਾ ਹੈ, ਤੇ ਜਦ ਸਾਨੂੰ ਉਹ ਮੰਗੀ ਹੋਈ ਚੀਜ਼ ਨਹੀਂ ਮਿਲਦੀ, ਭਰੋਸਾ ਟੁੱਟਦਾ ਤੇ ਟੁੱਟੇ ਹੋਏ ਭਰੋਸੇ ਕਾਰਨ ਸਾਨੂੰ ਦੁੱਖ ਵੀ ਹੁੰਦਾ। ਸੋ ਸੁੱਖ ਮੰਗਣਾ ਹੈ ਤਾਂ ਆਤਮਕ ਮੰਗੋ। ਇਹ ਮੰਗੋ ਕਿ ਹੇ ਪਰਮਾਤਮਾ, ਮੈਨੂੰ ਤੇਰੀ ਰਜ਼ਾ ਦੇ ਵਿੱਚ ਰਹਿਣ ਦੀ ਸੋਝੀ ਬਖਸ਼, ਮੈਨੂੰ ਇੰਨੀ ਹਿੰਮਤ ਬਖਸ਼ ਕਿ ਮੈਂ ਤੇਰੀ ਰਜ਼ਾ ਦੇ ਵਿੱਚ ਖੁਸ਼ ਰਹਿ ਸਕਾਂ। ਮੇਰੀ ਜ਼ਿੰਦਗੀ ਦੇ ਲਈ ਜ਼ਰੂਰੀ ਕਾਰਜ ਕਰਨ ਦੀ ਮੈਨੂੰ ਹਿੰਮਤ ਦੇ। ਉਹਨਾਂ ਕਾਰਜਾਂ ਤੋਂ ਜੋ ਨਤੀਜੇ ਪ੍ਰਾਪਤ ਹੋਣੇ ਨੇ ਉਹਨਾਂ ਨੂੰ ਸਵੀਕਾਰ ਕਰਨ ਦਾ ਹੌਸਲਾ ਦੇ। ਨਤੀਜਾ ਜੋ ਵੀ ਹੋਵੇ, ਹਰ ਸਥਿਤੀ ਦੇ ਵਿੱਚ ਮੈਨੂੰ ਖੁਸ਼ ਰਹਿਣ ਦੀ ਸੋਝੀ ਬਖਸ਼। ਉਹ ਆਤਮਕ ਸੁੱਖ ਹੋਵੇਗਾ ਤੇ ਉਹ ਆਤਮਕ ਸੁੱਖ ਹੀ ਸਾਨੂੰ ਉਸ ਪਰਮਾਤਮਾ ਪਾਸੋਂ ਮੰਗਣਾ ਚਾਹੀਦਾ ਹੈ। ਇੱਕ ਬਿਨਾ ਝੂਠੇ ਮੁਕਤ ਨਾ ਹੋਏ, ਉਸ ਇੱਕ ਨਾਮ ਤੋਂ ਬਿਨਾ ਝੂਠੇ ਦੁਨਿਆਵੀ ਪਦਾਰਥਾਂ ਤੋਂ ਮੁਕਤੀ ਨਹੀਂ ਮਿਲ ਸਕਦੀ। ਕਰ ਕਰ ਕਰਤਾ ਦੇਖੈ ਸੋਏ। ਪਰ ਜੇਕਰ ਅਸੀਂ ਦੁਨਿਆਵੀ ਪਦਾਰਥਾਂ ਦੇ ਵਿੱਚ ਫਸੇ ਹੋਏ ਵੀ ਹਾਂ, ਭਾਵੇਂ ਅਸੀਂ ਮਨਮੁਖ ਹਾਂ, ਭਾਵੇਂ ਅਸੀਂ ਗੁਰਮੁਖ ਹਾਂ, ਇਹ ਸਾਰੀ ਖੇਡ ਉਸ ਪਰਮਾਤਮਾ ਦੀ ਹੀ ਰਚੀ ਹੋਈ ਹੈ ਤੇ ਉਹ ਰਚੇਤਾ ਆਪਣੀ ਇਸ ਖੇਡ ਨੂੰ ਆਪ ਹੀ ਵੇਖ ਵੀ ਰਿਹਾ ਹੈ। ਤ੍ਰਿਸ਼ਨਾ ਅਗਨੀ ਸ਼ਬਦ ਬੁਝਾਏ। ਤ੍ਰਿਸ਼ਨਾ ਦੀ ਅੱਗ ਨੂੰ ਗੁਰੂ ਦੇ ਸ਼ਬਦਾਂ ਦੇ ਨਾਲ ਬੁਝਾਇਆ ਜਾ ਸਕਦਾ ਹੈ। ਦੂਜਾ ਭਰਮ ਸਹਿਜ ਸੁਭਾਏ। ਦੂਜੇ ਭਰਮ ਨੂੰ, ਪਰਮਾਤਮਾ ਨੂੰ ਛੱਡ ਕੇ ਦੁਨਿਆਵੀ ਪਦਾਰਥਾਂ ਵੱਲ ਭਟਕਦੇ ਹੋਏ ਮਨ ਨੂੰ ਆਤਮਕ ਅਡੋਲਤਾ ਦੇ ਵਿੱਚ ਗੁਰੂ ਦੇ ਸ਼ਬਦ ਰਾਹੀਂ ਟਿਕਾਇਆ ਜਾ ਸਕਦਾ ਹੈ। ਗੁਰਮਤੀ ਨਾਮ ਹਿਰਦੈ ਵਸਾਏ। ਗੁਰੂ ਦੀ ਮੱਤ ਤੇ ਚੱਲ ਕੇ ਉਸ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸਾਉਣਾ ਚਾਹੀਦਾ ਹੈ ਤੇ ਸਾਚੀ ਬਾਣੀ ਹਰ ਗੁਣ ਗਾਏ। ਜਿਸ ਨੇ ਵਸਾ ਲਿਆ ਉਹ ਉਸ ਪਰਮਾਤਮਾ ਦੀ ਸੱਚੀ ਸਿਫਤ ਸਲਾਹ ਦੀ ਬਾਣੀ, ਉਹਦੇ ਗੁਣਾਂ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਤਨ ਮਹਿ ਸਾਚੋ ਗੁਰਮੁਖ ਭਾਉ। ਉਹ ਸੱਚਾ ਪਰਮਾਤਮਾ ਸਾਡੇ ਤਨ ਦੇ ਅੰਦਰ ਹੀ ਵਸਦਾ ਹੈ, ਪਰ ਉਹਦੇ ਨਾਲ ਪ੍ਰੇਮ ਗੁਰਮੁਖਾਂ ਦਾ ਹੀ ਪੈਂਦਾ ਹੈ। ਜਿਹੜੇ ਗੁਰੂ ਦੇ ਲੜ ਲੱਗਦੇ ਨੇ ਉਹਨਾਂ ਦੇ ਅੰਦਰ ਹੀ ਉਸ ਪਰਮਾਤਮਾ ਦੇ ਪ੍ਰਤੀ ਪ੍ਰੇਮ ਜਾਗਦਾ ਹੈ। ਨਾਮ ਬਿਨਾ ਨਾਹੀ ਨਿਜ ਠਾਉ। ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡੇ ਮਨ ਨੂੰ ਟੇਕ ਨਹੀਂ ਮਿਲਦੀ, ਮਨ ਨੂੰ ਟਿਕਾਇਆ ਨਹੀਂ ਜਾ ਸਕਦਾ। ਪ੍ਰੇਮ ਪਰਾਇਣ ਪ੍ਰੀਤਮ ਰਾਉ। ਉਹ ਪ੍ਰੀਤਮ ਪਰਮਾਤਮਾ ਵੀ ਪ੍ਰੇਮ ਦੇ ਅਧੀਨ ਹੈ। ਭਾਵ ਕਿ ਜੇਕਰ ਅਸੀਂ ਸੱਚੇ ਦਿਲੋਂ ਉਸ ਪਰਮਾਤਮਾ ਨੂੰ ਪ੍ਰੇਮ ਕਰਦੇ ਹਾਂ ਤਾਂ ਉਹ ਵੀ ਸਾਡੇ ਤੇ ਮਿਹਰਬਾਨ ਹੁੰਦਾ ਹੈ। ਨਦਰ ਕਰੇ ਤਾਂ ਬੂਝੈ ਨਾਉ। ਜੇਕਰ ਉਹ ਆਪਣੀ ਮਿਹਰ ਦੀ ਨਿਗਾਹ ਮਨੁੱਖ ਦੇ ਉੱਪਰ ਕਰਦਾ ਹੈ ਤਾਂ ਮਨੁੱਖ ਉਹਦਾ ਨਾਮ ਬੁੱਝ ਲੈਂਦਾ ਹੈ, ਉਹਦੇ ਨਾਮ ਦੀ ਕਦਰ ਸਮਝ ਜਾਂਦਾ ਹੈ। ਮਾਇਆ ਮੋਹ ਸਰਬ ਜੰਜਾਲਾ। ਮਾਇਕ ਪਦਾਰਥਾਂ ਦਾ ਜੋ ਮੋਹ ਹੈ ਉਹ ਸਾਰੇ ਪ੍ਰਕਾਰ ਦੇ ਜਾਲ ਦੇ ਬਰਾਬਰ ਹੈ। ਉਹ ਸਾਡੇ ਲਈ ਬੰਧਨ ਪੈਦਾ ਕਰਦਾ ਹੈ ਤੇ ਉਹਨਾਂ ਬੰਧਨਾਂ ਦੇ ਕਰਕੇ ਹੀ ਮਨਮੁਖ ਕੁਚੀਲ ਕੁਸ਼ਿਤ ਵਿਕਰਾਲਾ। ਕੁਚੀਲ ਤੋਂ ਭਾਵ ਗੰਦਾ, ਕੁਸ਼ਿਤ ਤੋਂ ਭਾਵ ਭੈੜਾ, ਨਿੰਦਨਯੋਗ ਤੇ ਵਿਕਰਾਲਾ ਤੋਂ ਭਾਵ ਡਰਾਉਣਾ। ਇਸੇ ਲਈ ਹੀ ਜੋ ਮਨਮੁਖ ਦਾ ਆਤਮਿਕ ਜੀਵਨ ਹੁੰਦਾ ਹੈ ਉਹ ਗੰਦਾ, ਭੈੜਾ ਤੇ ਡਰਾਉਣ ਵਾਲਾ ਬਣ ਜਾਂਦਾ ਹੈ। ਉਹਨੂੰ ਸਦਾ ਡਰਾਉਂਦਾ ਰਹਿੰਦਾ ਹੈ। ਸਤਿਗੁਰ ਸੇਵੇ ਚੂਕੈ ਜੰਜਾਲਾ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਸਤਿਗੁਰੂ ਦੀ ਸੇਵਾ ਕੀਤਿਆਂ, ਗੁਰੂ ਦੇ ਲੜ ਲੱਗਿਆਂ ਮਾਇਕ ਪਦਾਰਥਾਂ ਦੇ ਜਿਹੜੇ ਬੰਧਨ ਹਨ ਉਹ ਚੁੱਕੇ ਜਾ ਸਕਦੇ ਹਨ, ਉਹ ਬੰਧਨ ਤੋੜੇ ਜਾ ਸਕਦੇ ਹਨ। ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਆਤਮਿਕ ਜੀਵਨ ਦੇਣ ਵਾਲਾ ਉਹ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸਾ ਕੇ ਸਦਾ ਆਤਮਿਕ ਆਨੰਦ ਮਾਣਿਆ ਜਾ ਸਕਦਾ ਹੈ। ਗੁਰਮੁਖ ਬੂਝੈ ਏਕ ਲਿਵ ਲਾਏ। ਜੋ ਗੁਰਮੁਖ ਮਨੁੱਖ ਹੈ ਉਸ ਪਰਮਾਤਮਾ ਦੇ ਨਾਮ ਦੀ ਕਦਰ ਜਾਣ ਪਾਉਂਦਾ ਹੈ ਤੇ ਜਦੋਂ ਕਦਰ ਜਾਣ ਗਿਆ ਤਾਂ ਉਸ ਇੱਕ ਦੇ ਨਾਲ ਆਪਣੀ ਸੁਰਤ ਜੋੜੀ ਰੱਖਦਾ ਹੈ।
ਨਿਜ ਘਰ ਵਾਸੈ ਸੱਚ ਸਮਾਏ। ਉਹ ਆਪਣੇ ਹਿਰਦੇ ਘਰ ਵਿੱਚ ਹੀ ਟਿਕਿਆ ਰਹਿੰਦਾ ਹੈ। ਉਹ ਆਪਦੀ ਮੱਤ ਨੂੰ ਅੰਦਰਲੇ ਪਾਸੇ ਨੂੰ ਜੋੜਦਾ ਹੈ ਅਤੇ ਅਜਿਹਾ ਕਰਕੇ ਉਹ ਸੱਚ ਦੇ ਵਿੱਚ ਸਮਾਇਆ ਰਹਿੰਦਾ ਹੈ, ਉਸ ਪਰਮਾਤਮਾ ਦੇ ਵਿੱਚ ਲੀਨ ਰਹਿੰਦਾ ਹੈ। ਜੰਮਣ ਮਰਨਾ ਠਾਕ ਰਹਾਏ, ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪੂਰੇ ਗੁਰ ਤੇ ਇਹ ਮੱਤ ਪਾਏ, ਅਤੇ ਆਪਣੇ ਅੰਦਰ ਟਿਕੇ ਰਹਿਣ ਦੀ ਜੋ ਮੱਤ ਹੈ ਉਹ ਸਾਨੂੰ ਗੁਰੂ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਕਥਨੀ ਕਥੋ ਨਾ ਆਵੈ ਔਰ। ਗੁਰੂ ਜੀ ਕਹਿੰਦੇ ਕਿ ਮੈਂ ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ ਜਿਹਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਉਂਝ ਤਾਂ ਉਹਦੇ ਬੇਅੰਤ ਗੁਣ ਹਨ, ਪਰ ਮੈਨੂੰ ਜਿੰਨੇ ਕੁ ਪਤਾ ਨੇ ਤੇ ਮੈਂ ਓਨੇ ਕੁ ਗਾਉਂਦਾ ਰਹਿੰਦਾ ਹਾਂ। ਗੁਰ ਪੁੱਛ ਦੇਖਿਆ ਨਾਹੀਂ ਦਰ ਹੋਰ। ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖ ਲਿਆ ਹੈ, ਉਸ ਪਰਮਾਤਮਾ ਦੇ ਦਰ ਤੋਂ ਬਿਨਾਂ ਹੋਰ ਕੋਈ ਦਰ ਹੈ ਨਹੀਂ ਜਿੱਥੋਂ ਸੁੱਖ ਪ੍ਰਾਪਤ ਹੋ ਸਕਦਾ ਹੋਵੇ। ਦੁੱਖ ਸੁੱਖ ਭਾਣਾ ਤਿਸੈ ਰਜਾਏ। ਗੁਰੂ ਦੇ ਲੜ ਲੱਗਿਆਂ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਦੁੱਖ ਅਤੇ ਸੁੱਖ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਹਨ, ਉਹਦੇ ਭਾਣੇ ਦੇ ਵਿੱਚ ਹੀ ਹਨ। ਉਹਦੀ ਰਜ਼ਾ ਅਨੁਸਾਰ ਹੀ ਸਾਨੂੰ ਸੁੱਖ ਤੇ ਦੁੱਖ ਮਿਲਦੇ ਨੇ। ਨਾਨਕ ਨੀਚ ਕਹੈ ਲਿਵ ਲਾਏ। ਅਣਜਾਣ ਮਤ ਨਾਨਕ ਇਹ ਕਹਿੰਦਾ ਹੈ ਕਿ ਉਸ ਪਰਮਾਤਮਾ ਦੇ ਨਾਲ ਸੁਰਤ ਜੋੜੀ ਰੱਖੋ, ਉਹਦੇ ਨਾਲ ਲਿਵ ਲਾਈ ਰੱਖੋ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 222ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਕੁਝ ਜ਼ਰੂਰੀ ਗੱਲਾਂ ਜੋ ਗੁਰੂ ਜੀ ਨੇ ਸਾਨੂੰ ਸਮਝਾਉਣੀਆਂ ਕੀਤੀਆਂ ਹਨ ਕਿ ਜਦ ਤੱਕ ਅਸੀਂ ਆਪਣੇ ਮਨ ਨੂੰ ਵਿਕਾਰਾਂ ਵੱਲੋਂ, ਮਾਇਕ ਪਦਾਰਥਾਂ ਦੇ ਮੋਹ ਵੱਲੋਂ ਨਹੀਂ ਮਾਰਦੇ, ਤਦ ਤੱਕ ਅਸੀਂ ਆਪਣੇ ਜੀਵਨ ਮਨੋਰਥ ਨੂੰ ਸਫਲ ਨਹੀਂ ਕਰ ਸਕਦੇ। ਦੂਸਰੀ ਗੱਲ ਕਿ ਖੁਸ਼ੀ ਤੇ ਗਮੀ ਹਮੇਸ਼ਾ ਹੀ ਮਹਿਮਾਨਾਂ ਵਾਂਗ ਸਾਡੇ ਦਰਵਾਜ਼ੇ 'ਤੇ ਖੜੀਆਂ ਰਹਿੰਦੀਆਂ ਨੇ ਅਤੇ ਇੱਕ ਦੇ ਬਾਅਦ ਇੱਕ ਸਾਡੇ ਹਿਰਦੇ ਘਰ ਦੇ ਵਿੱਚ ਪ੍ਰਵੇਸ਼ ਕਰਦੀਆਂ ਰਹਿੰਦੀਆਂ ਨੇ, ਅਤੇ ਜਿੰਨਾ ਅਸੀਂ ਇਹਨਾਂ ਦੀ ਵੱਧ ਪੁੱਛ ਪੜਤਾਲ ਕਰਦੇ ਹਾਂ ਉਨਾ ਹੀ ਜ਼ਿਆਦਾ ਇਹ ਸਾਨੂੰ ਤੰਗ ਕਰਦੀਆਂ ਨੇ। ਅਤੇ ਚੰਗਾ ਇਹ ਹੈ ਕਿ ਉਹਨਾਂ ਨੂੰ ਹਿਰਦੇ ਘਰ ਦੇ ਵਿੱਚ ਆਉਣ ਦਿੱਤਾ ਜਾਏ ਅਤੇ ਜਾਣ ਦਿੱਤਾ ਜਾਏ, ਉਹਨਾਂ ਦੀ ਕੋਈ ਪੁੱਛ ਪੜਤਾਲ ਨਾ ਕੀਤੀ ਜਾਏ, ਉਹਨਾਂ ਦੇ ਬਾਰੇ ਬਹੁਤਾ ਸੋਚਿਆ ਨਾ ਜਾਏ। ਤੀਸਰੀ ਮਹੱਤਵਪੂਰਨ ਗੱਲ ਜੋ ਗੁਰੂ ਜੀ ਨੇ ਸਾਨੂੰ ਦੱਸੀ ਹੈ ਉਹ ਇਹ ਹੈ ਕਿ ਜਿੰਨੇ ਜ਼ਿਆਦਾ ਅਸੀਂ ਦੁਨਿਆਵੀ ਸੁੱਖ ਉਸ ਪਰਮਾਤਮਾ ਦੇ ਪਾਸੋਂ ਮੰਗਦੇ ਹਾਂ, ਉਨੇ ਹੀ ਜ਼ਿਆਦਾ ਦੁੱਖ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਸਹੇੜ ਲੈਂਦੇ ਹਾਂ। ਸੋ ਦੁਨਿਆਵੀ ਸੁੱਖਾਂ ਦੀ ਬਜਾਏ ਸਾਨੂੰ ਆਤਮਿਕ ਸੁੱਖ ਉਸ ਪਰਮਾਤਮਾ ਤੋਂ ਮੰਗਣੇ ਚਾਹੀਦੇ ਹਨ, ਉਹਦੇ ਭਾਣੇ ਦੇ ਵਿੱਚ ਖੁਸ਼ ਰਹਿਣ ਦੀ ਸੋਝੀ ਮੰਗਣੀ ਚਾਹੀਦੀ ਹੈ। ਅਤੇ ਅਖੀਰਲੇ ਸ਼ਬਦ ਦੇ ਵਿੱਚ ਜੋ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਗੁਰੂ ਦੇ ਲੜ ਲੱਗ ਕੇ ਆਪਣੀ ਮੱਤ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਓ, ਆਪਣੇ ਅੰਦਰ ਵੱਲ ਨੂੰ ਆਪਣੀ ਲਿਵ ਜੋੜੋ, ਕਿਉਂਕਿ ਪਰਮਾਤਮਾ ਸਾਡੇ ਅੰਦਰ ਵਸਦਾ ਹੈ। ਸੋ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।